ਬਾਦਲ ਪਰਿਵਾਰ ਦਾ ਕਬਜ਼ਾ ਆ ਸ਼੍ਰੋਮਣੀ ਅਕਾਲੀ ਦਲ ਤੇ, ਉਹਨਾਂ ਦਾ ਹੀ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆ। ਧਾਮੀ ਸਾਹਿਬ ਦਾ ਬਿਆਨ ਵੀ ਆਇਆ ਕਿ ਸਾਲ ਪਹਿਲਾਂ ਜਥੇਦਾਰ ਸਾਹਿਬ ਨੇ ਕਿਹਾ ਸੀਗਾ, ਅਸੀਂ ਉਦੋਂ ਦੀਆਂ ਕੋਸ਼ਿਸ਼ਾਂ ਕਰਤੀਆਂ। ਅਸੀਂ ਕਹਿੰਦੇ ਹਾਂ ਕੌਮ ਦੇ ਜਥੇਦਾਰ ਸੀਗੇ, ਉਹਨਾਂ ਨੂੰ ਕ੍ਰੈਡਿਟ ਦੇ ਦਿਓ, ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕ੍ਰੈਡਿਟ ਨਾ ਦਿਓ, ਪਰ ਭਲੇ ਦਾ ਕੰਮ ਤਾਂ ਕਰੋ ਨਾ। ਪਹਿਲੀ ਗੱਲ ਤਾਂ ਸਾਲ ਕਿਉਂ ਨਹੀਂ ਪ੍ਰਬੰਧ ਮੁਕੰਮਲ ਕਰ ਸਕੇ ਤੁਸੀਂ। ਨੰਬਰ 2 ਤੇ ਇਹ ਕਿਉਂ ਨਾ ਅਸੀਂ ਇਸ ਗੱਲ ਨੂੰ ਸਮਝੀਏ ਕਿ ਤੁਸੀਂ ਵਿੰਗੇ ਟੇਢੇ ਤਰੀਕੇ ਨਾਲ ਪੀਟੀਸੀ ਦਾ ਕਬਜ਼ਾ ਨਹੀਂ ਖਤਮ ਕਰਨਾ ਚਾਹੁੰਦੇ। ਅਸੀਂ ਇਹ ਇਸ ਤਰ੍ਹਾਂ ਮੰਨ ਸਕਦੇ ਹਾਂ ਕਿ ਕੀ ਇਹ ਉਸ ਚੀਜ਼ ਦਾ ਬਾਈ ਪ੍ਰੋਡਕਟ ਹੈਗਾ ਕਿ ਜੋ ਤਲਖੀ ਗਵਰਨਰ ਸਾਹਿਬ ਤੇ ਸੀਐਮ ਭਗਵੰਤ ਮਾਨ ਵਿੱਚ ਵੇਖਣ ਨੂੰ ਮਿਲੀ ਸੀ, ਜੋ ਟਕਰਾਰ ਪਹਿਲਾਂ ਨਜ਼ਰ ਆਈ ਸੀ, ਇਸ ਕਰਕੇ ਕਿਤੇ ਆਪਣਾ ਗੁੱਸਾ ਗਵਰਨਰ ਸਾਹਿਬ ਕੱਢਦੇ ਪਏ ਨੇ ਸੀਐਮ ਭਗਵੰਤ ਮਾਨ। भगवंत जी इधर आइए, हमें जफ्फी डालो, हम मिलना चाहते हैं। ਇੱਕ ਐਸਾ ਮੁੱਦਾ ਜੋ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਹੁਣ ਪੰਥ ਅਤੇ ਸਿਆਸਤ ਦੇ ਵਿੱਚ ਇੱਕ ਵੱਡੀ ਜੰਗ ਬਣਦਾ ਉੱਭਰਦਾ ਨਜ਼ਰ ਆ ਰਿਹਾ, ਜਿਸ ਨੂੰ ਇਸ ਤਰ੍ਹਾਂ ਸ਼ਾਇਦ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਮੁੱਦਾ ਗੁਰਬਾਣੀ ਪ੍ਰਸਾਰਣ ਦਾ, ਜੋ ਮੁੱਦਾ ਉਸ ਵੇਲੇ ਤੋਂ ਸ਼ੁਰੂ ਹੋਇਆ ਜਦੋਂ ਸੀਐਮ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਸ ਵਿਚਾਰ ਦੇ ਉੱਤੇ ਟਿੱਕਾ ਟਿੱਪਣੀ ਫੌਰੀ ਤੌਰ ਤੇ ਸ਼ੁਰੂ ਹੋ ਗਈ। ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਔਰ ਅਜੇ ਤੱਕ ਡਾਮਾਡੋਲ ਹੁੰਦਾ ਨਜ਼ਰ ਆ ਰਿਹਾ ਹੈ। ਰਾਜਪਾਲ ਪੰਜਾਬ ਦੇ ਵੱਲੋਂ ਅਜੇ ਤੱਕ ਦਸਖਤ ਨਹੀਂ ਕੀਤੇ ਗਏ। ਪੰਥ ਆਪਣੇ ਤੌਰ ਦੇ ਉੱਤੇ ਦਾਅਵੇ ਕਰਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਜਾਰੀ ਹੋ ਰਹੇ ਨੇ ਔਰ ਪੀਟੀਸੀ ਚੁੱਪ-ਚਪੀਤਾ ਦੁਆਰਾ ਉਹੀ ਰਾਈਟਸ ਭੋਗਦਾ ਨਜ਼ਰ ਆ ਰਿਹਾ। ਖੈਰ, ਇਸ ਮਾਮਲੇ ਨੂੰ ਜੇ ਆਪਾਂ ਇੱਕ ਹੋਰ ਪੱਖ ਤੋਂ ਜਾਣਨਾ ਚਾਹੀਏ ਤਾਂ ਅੱਜ ਅਸੀਂ ਉੱਥੇ ਮੌਜੂਦ ਹਾਂ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਮੁੱਖ ਬੁਲਾਰੇ ਜਗਤਾਰ ਸਿੰਘ ਸੰਘੇੜਾ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਤੁਹਾਡੇ ਰੂਬਰੂ ਕਰਾਉਂਦੇ ਹਾਂ ਉਹਨਾਂ ਨੂੰ, ਔਰ ਉਹਨਾਂ ਦੇ ਜਿਹੜੇ ਵਿਚਾਰ ਨੇ ਇਸ ਮੁੱਦੇ ਉੱਤੇ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਰ, ਬਹੁਤ ਸਵਾਗਤ ਹੈ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਹਿਬ ਸਿੰਘ ਜੀ। ਇਸ ਮੁੱਦੇ ਬਾਰੇ ਸਾਡਾ ਜਿਹੜਾ ਨਜ਼ਰੀਆ ਜੋ ਹੈਗਾ ਆ, ਆਮ ਆਦਮੀ ਪਾਰਟੀ ਇਸ ਨੂੰ ਕਿਸ ਤਰ੍ਹਾਂ ਦੇਖਦੀ ਹੈ ਸਾਹਿਬ ਸਿੰਘ ਜੀ, ਥੋੜ੍ਹਾ ਜਿਹਾ ਤੁਹਾਡੇ ਨਾਲੋਂ ਡਿਫਰੈਂਟ ਹੈ। ਜਿਹੜੀ ਤੁਸੀਂ ਇੰਟਰੋਡਕਸ਼ਨ ਦੇ ਰਹੇ ਸੀਗੇ, ਇਹ ਸਿਆਸੀ ਜੰਗ ਦਾ ਮੁੱਦਾ ਨਹੀਂ ਹੈ, ਇਹ ਲੋਕਾਂ ਦਾ ਮੁੱਦਾ ਆ, ਗੁਰਬਾਣੀ ਦਾ ਮੁੱਦਾ ਆ, ਸਰਬ ਸਾਂਝੀ ਗੁਰਬਾਣੀ ਦਾ ਮੁੱਦਾ ਆ, ਤੇ ਸਰਬ ਸਾਂਝੀ ਗੁਰਬਾਣੀ ਨੂੰ ਠੇਕੇ ਤੇ ਨਾ ਦੇਣ ਦਾ ਮੁੱਦਾ ਆ, ਸਰਬ ਸਾਂਝੀ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਫ੍ਰੀ ਕਰਨ ਦਾ ਤੇ ਸਾਰਿਆਂ ਤੱਕ ਪਹੁੰਚਾਉਣ ਦਾ ਮੁੱਦਾ ਆ। ਫ੍ਰੀ ਟੂ ਏਅਰ ਤੇ ਸਭ ਲਈ ਫ੍ਰੀ ਹੋਵੇ, ਸਾਰਿਆਂ ਨੂੰ ਬਰਾਬਰ ਦਾ ਹੱਕ ਹੋਵੇ। ਸੋ ਇਹ ਗੱਲਬਾਤ ਵੀ ਜਿਹੜੀ ਆ ਹੁਣੇ ਨਹੀਂ ਸ਼ੁਰੂ ਹੋਈ ਹੈਗੀ, ਇਹ ਬਹੁਤ ਦੇਰ ਦੀ ਸੰਗਤ ਦੀ ਮੰਗ ਸੀਗੀ। ਲੋਕਾਂ 'ਚ ਇਸ ਗੱਲ ਤੇ ਵਿਚਾਰ ਚਰਚਾ ਚੱਲਦੀ ਰਹਿੰਦੀ ਸੀ, ਬਟ ਇਹ ਸੀਗਾ ਵੀ ਕੌਣ ਲੀਡ ਲਵੇ। 1 ਸਾਲ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਲੀਡ ਲਈ। ਉਹਨਾਂ ਨੇ ਕਿਹਾ ਕਿ ਇਹ ਗੁਰਬਾਣੀ ਨੂੰ ਠੇਕੇ ਤੇ ਨਹੀਂ ਦੇਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੀ ਮੁੱਖ ਜ਼ਿੰਮੇਵਾਰੀ ਹੈ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਤੇ ਧਰਮ ਪ੍ਰਚਾਰ ਲਈ, ਉਹ ਆਪਣਾ ਚੈਨਲ ਬਣਾਵੇ ਤੇ ਇਹਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਸੁਧਾਰ ਲਿਆਵੇ। ਇਹ ਸਾਡੇ ਵਿੱਚ ਵੀ, ਆਮ ਆਦਮੀ ਪਾਰਟੀ ਵਿੱਚ ਵੀ, ਤੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਜਿਹੜੇ ਬਹੁਤ ਹੀ ਇੰਟੈਲੀਜੈਂਟ ਕਿਸਮ ਦੇ ਵਿਅਕਤੀ ਨੇ, ਉਹਨਾਂ ਦੇ ਦਿਮਾਗ 'ਚ ਵੀ ਇਹ ਬਹੁਤ ਦੇਰ ਤੋਂ ਪਹਿਲਾਂ ਸਾਡੇ ਨਾਲ ਸਲਾਹਾਂ ਕਰਦੇ ਹੁੰਦੇ ਸੀਗੇ। ਤੇ ਅਲਟੀਮੇਟਲੀ ਉਹ ਐਕਟ ਬਣਾਉਣ ਨਾਲ, ਜਦੋਂ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਛਾਇਆ ਕੀਤੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਆ, ਫਿਰ ਅਸੀਂ ਐਲਾਨ ਕੀਤਾ। ਉਸ ਤੋਂ ਬਾਅਦ ਵਿਧਾਨ ਸਭਾ 'ਚ ਐਕਟ ਵੀ ਆਇਆ, ਐਕਟ ਪਾਸ ਵੀ ਹੋਇਆ, ਉਹਦੇ 'ਤੇ ਨੁਕਤਾਚੀਨੀ ਵੀ ਕੀਤੀ। ਉਹਦੇ 'ਚ ਨੋਟ ਕਰਨ ਵਾਲੀਆਂ ਗੱਲਾਂ ਜਿਹੜੀਆਂ ਮੈਂ ਸੰਖੇਪ 'ਚ ਇਹ ਦੱਸਣਾ ਚਾਹੁੰਦਾ ਹਾਂ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ, ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦੀ ਕੋਈ ਵੀ ਮੈਰਿਟ ਤੇ ਨੁਕਤਾਚੀਨੀ ਕਰ ਸਕੀ ਆ। ਉਹ ਇਹੀ ਕਹਿੰਦੇ ਰਹੇ ਆ ਕਿ ਇਹ ਸਰਕਾਰ ਦਾ ਅਧਿਕਾਰ ਖੇਤਰ ਨਹੀਂ ਹੈ, ਇਹ ਧਰਮ 'ਚ ਦਖਲਅੰਦਾਜ਼ੀ ਹੈ, ਜਦ ਕਿ ਨਾ ਤਾਂ ਇਹ ਅਧਿਕਾਰ ਖੇਤਰ ਦੀ ਗੱਲ ਹੈ, ਨਾ ਦਖਲਅੰਦਾਜ਼ੀ ਦੀ ਗੱਲ ਹੈ। ਜੋ ਅਸੀਂ ਕਿਹਾ ਸੀ, ਜੋ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਕਿਹਾ, ਤੇ ਜੋ ਮਤਾ ਪਾਸ ਕੀਤਾ ਗਿਆ ਆ, ਉਹਦਾ ਮੁੱਖ ਮਕਸਦ ਇਹ ਸੀਗਾ ਕਿ ਸਰਬ ਸਾਂਝੀ ਗੁਰਬਾਣੀ ਦਾ ਪ੍ਰਚਾਰ ਫ੍ਰੀ ਟੂ ਏਅਰ ਸਾਰਿਆਂ ਲਈ, ਠੇਕਾ ਨਾ ਦਿੱਤਾ ਜਾਵੇ। ਇੱਕ ਪਰਿਵਾਰ ਜਾਂ ਇੱਕ ਚੈਨਲ ਦਾ ਏਕਾਧਿਕਾਰ ਨਾ ਹੋਵੇ ਉਹਦੇ 'ਤੇ ਪ੍ਰਚਾਰ ਕਰਨ ਲਈ, ਇਹਦੇ 'ਤੇ ਵਪਾਰ ਨਾ ਕੀਤਾ ਜਾਵੇ, ਤੇ ਟੈਂਡਰ ਨਾ ਸੱਦੇ ਜਾਣ। ਜਿੰਨੇ ਵੀ ਬੁਲਾਰਿਆਂ ਨੂੰ ਜਾਂ ਜਿੰਨਿਆਂ ਨਾਲ ਵੀ ਮੇਰਾ ਟੀ ਵੀ 'ਤੇ ਵਾਹ ਪੈਂਦਾ ਜਾਂ ਹੋਰ ਸਾਡਾ ਵਾਹ ਪੈਂਦਾ, ਜਾਂ ਈਵਨ ਮੁੱਖ ਮੰਤਰੀ ਸਾਹਿਬ ਨੇ ਵੀ ਇਹਨਾਂ ਦੀ ਜਿਹੜੀ ਗੱਲਬਾਤ ਨੂੰ ਪੁੱਛਿਆ ਇਹਨਾਂ ਤੋਂ ਵੀ ਇਸ ਮੁੱਦੇ ਨਾਲ ਦੱਸੋ ਯਾਰ, ਇਸ ਆਈਡੀਆ ਨਾਲ ਸਹਿਮਤ ਹੋ ਕਿ ਨਹੀਂ, ਚੁੱਪ ਹੀ ਹੋ ਜਾਂਦੇ ਆ।
ਕਿਸੇ ਨੇ ਵੀ ਅਜੇ ਤੱਕ ਕਹਿਣ ਦੀ ਜ਼ਰੂਰਤ ਨਹੀਂ ਕੀਤੀ ਵੀ ਨਹੀਂ ਇਹ ਆਈਡੀਆ ਨਹੀਂ ਠੀਕ ਹੈਗਾ। ਉਹ ਆਲੇ ਦੁਆਲੇ ਤੁਰੇ ਫਿਰਦੇ ਆ, ਕਿਉਂਕਿ ਜਿਸ ਪਰਿਵਾਰ ਦਾ, ਬਾਦਲ ਪਰਿਵਾਰ ਦਾ ਕਬਜ਼ਾ ਆ ਸ਼੍ਰੋਮਣੀ ਅਕਾਲੀ ਦਲ ਤੇ, ਉਹਨਾਂ ਦਾ ਹੀ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆ। ਉਹਨਾਂ ਦਾ ਹੀ ਇੱਕ ਚੈਨਲ ਆ ਜਿਹਦੇ ਕੋਲ ਇੱਕ ਅਧਿਕਾਰ ਹੈਗਾ ਆ। ਉਹਨਾਂ ਦਾ ਜੁਲਾਈ 'ਚ ਖਤਮ ਹੋ ਗਿਆ ਆ ਖਤਮ ਰਾਦਰ ਕੱਲ੍ਹ ਨੂੰ। ਉਹ ਆਪਣੀ ਜਕੜ ਨਹੀਂ ਛੱਡਣਾ ਚਾਹੁੰਦੇ, ਕਿਉਂਕਿ ਵਪਾਰਕ ਮੰਤਵ ਲਈ ਇਹਨਾਂ ਨੂੰ ਕਰੋੜਾਂ ਦਾ ਫਾਇਦਾ ਹੋ ਰਿਹਾ, ਬਹੁਤ ਫਾਇਦਾ ਹੋ ਰਿਹਾ, ਔਰ ਉਹ ਨਹੀਂ ਛੱਡਣਾ ਚਾਹੁੰਦੇ, ਜਦ ਕਿ ਧਰਮ ਨੂੰ ਆਜ਼ਾਦ ਨਹੀਂ ਹੋਣ ਦੇਣਾ ਚਾਹੁੰਦੇ। SGPC ਨੂੰ ਨਿਰੰਤਰ ਆਜ਼ਾਦੀ ਨਾਲ ਕੰਮ ਨਹੀਂ ਕਰਨ ਦੇਣਾ ਚਾਹੁੰਦੇ। ਇਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਗਲਬਾ ਬਣਾਇਆ ਹੋਇਆ। SGPC ਦੇ ਪ੍ਰਧਾਨ ਧਾਮੀ ਸਾਹਿਬ ਜਿਹੜੇ ਆ, ਅਨਫੋਰਚੂਨੇਟਲੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਦੇ ਤੌਰ 'ਤੇ ਹੀ ਕੰਮ ਕਰਦੇ ਆ। ਸਾਰੇ ਉਹਨਾਂ ਦੇ ਪ੍ਰਭਾਵ ਹੇਠ ਨੇ, ਅਧੀਨ ਨੇ ਉਹਨਾਂ ਦੇ, ਸੁਖਬੀਰ ਬਾਦਲ ਸਾਹਿਬ ਦੇ। ਸੋ ਇਹ ਮੁੱਦੇ ਨੂੰ ਅਸੀਂ ਅੱਗੇ ਵਧਾਇਆ ਆ, ਜਿਹੜਾ ਕਿ ਕਾਫੀ ਹੱਦ ਤੱਕ ਅੱਗੇ ਵਧਿਆ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ ਫੈਕਟ, ਇਨ ਪ੍ਰਿੰਸੀਪਲ, ਜੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਉਹਦੇ ਨਾਲ ਇਨ ਪ੍ਰਿੰਸੀਪਲ ਸਹਿਮਤ ਨੇ, ਕਿ ਕਹਿਣ ਲੱਗ ਗਿਆ ਕਿ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਧਾਮੀ ਸਾਹਿਬ ਦਾ ਬਿਆਨ ਵੀ ਆਇਆ ਕਿ ਸਾਲ ਪਹਿਲਾਂ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਅਸੀਂ ਉਦੋਂ ਦੀਆਂ ਕੋਸ਼ਿਸ਼ਾਂ ਕਰਤੀਆਂ। ਅਸੀਂ ਕਹਿੰਦੇ ਹਾਂ ਕੌਮ ਦੇ ਜਥੇਦਾਰ ਸੀਗੇ, ਉਹਨਾਂ ਨੂੰ ਕ੍ਰੈਡਿਟ ਦੇ ਦਿਓ, ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕ੍ਰੈਡਿਟ ਨਾ ਦਿਓ, ਪਰ ਭਲੇ ਦਾ ਕੰਮ ਤਾਂ ਕਰੋ ਨਾ। ਕ੍ਰੈਡਿਟ ਆਪੇ ਲੋਕਾਂ ਨੇ ਦੇ ਦੇਣਾ ਆ, ਭਲੇ ਦਾ ਕੰਮ ਕਰੋ। ਸਰਬ ਸਾਂਝੀ ਗੁਰਬਾਣੀ ਜਿਹੜੀ ਆ ਲੋਕਾਂ ਤੱਕ ਫ੍ਰੀ ਟੂ ਏਅਰ ਪਹੁੰਚਾਵੋ। ਇਹਦੇ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਹੱਕ ਹੈ, ਇਹਦੇ ਤੇ ਪੰਜਾਬੀਆਂ ਦਾ ਹੱਕ ਹੈ, ਇਹਦੇ ਤੇ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦਾ ਹੱਕ ਹੈ, ਉਸ ਤੋਂ ਬਿਨਾਂ ਸਾਰੀ ਦੁਨੀਆ ਦਾ ਹੱਕ ਹੈ ਕਿ ਇਸ ਦਾ ਫ੍ਰੀ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ, ਕਿਉਂਕਿ ਇਹ ਸਰਬ ਸਾਂਝੀ ਗੁਰਬਾਣੀ ਆ। ਇਕੱਲੇ ਕਹਿ ਰਹੇ ਸਿੱਖਾਂ ਦੀ ਨਹੀਂ ਹੈ, ਪੰਜਾਬੀਆਂ ਦੀ ਨਹੀਂ ਹੈ, ਸਾਰਿਆਂ ਦੀ ਸਾਂਝੀ ਹੈ। ਸੋ ਇਹਦੇ ਤੇ ਇੱਕ ਤਾਂ ਬਹੁਤ ਵੱਡੀ ਸਫਲਤਾ ਆ ਭਗਵੰਤ ਮਾਨ ਸਾਹਿਬ ਦੀ, ਮੁੱਖ ਮੰਤਰੀ ਸਾਹਿਬ ਦੀ, ਕਿ ਇਸ ਐਕਟ ਦੇ ਪਾਸ ਹੋਣ ਨਾਲ ਇਸ ਗੱਲ ਤੇ ਸਾਰੇ ਇੱਕਮਤ ਆ। ਈਵਨ ਉਹਨਾਂ ਦੇ ਕੱਟੜ ਵਿਰੋਧੀ ਵੀ ਇਸ ਗੱਲ ਤੇ ਨਹੀਂ ਨੁਕਤਾਚੀਨੀ ਕਰ ਸਕਦੇ। ਆਲੇ ਦੁਆਲੇ ਕਹੀ ਜਾਂਦੇ ਆ। ਸਾਹਿਬ ਸਿੰਘ ਜੀ ਹੁਣ ਇਹ ਕਹੀ ਜਾਂਦੇ ਆ ਕਿ ਧਰਮ 'ਚ ਦਖਲਅੰਦਾਜ਼ੀ, ਮੈਂ ਉਹਦੇ ਬਾਰੇ ਦੱਸ ਦਿੰਦਾ, ਜਾਂ ਹੋਰ ਐਕਟ ਦੇ ਵਿੱਚ ਮਾੜਾ ਕੀ ਆ। ਐਕਟ ਦੇ ਵਿੱਚ ਜਿਹੜਾ ਸੋਧ ਕੀਤਾ ਆ, ਜਿਹੜਾ ਗੁਰਦੁਆਰਾ ਐਕਟ ਹੈਗਾ ਆ, ਉਹਦੇ 'ਚ ਅਮੈਂਡਮੈਂਟ ਕੀਤੀ ਹੈ। ਅਮੈਂਡਮੈਂਟ ਜਿਹੜੀ ਕੀ ਕੀਤੀ ਹੈ, ਉਹ ਇਹ ਕੀਤੀ ਹੈ ਕਿ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਫ੍ਰੀ ਹੋਣਾ ਚਾਹੀਦਾ, ਔਰ ਉਹਦੇ ਲਈ ਅਧਿਕਾਰਤ ਕਿਹਨੂੰ ਕੀਤਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜੀ ਕਿ ਸਿੱਖਾਂ ਦੀ ਚੁਣੀ ਹੋਈ ਸਰਵਉੱਚ ਸੰਸਥਾ ਆ। ਕੋਈ ਡਿਪਾਰਟਮੈਂਟ ਥੋੜੀ ਬਣਾਤਾ ਕਿ ਸਰਕਾਰ ਲਾਗੂ ਕਰੂਗੀ, ਉਹਨੂੰ ਦਖਲਅੰਦਾਜ਼ੀ ਤਾਂ ਹੁੰਦੀ ਆ। ਧਾਰਮਿਕ ਮੰਚ ਕਿੱਦਾਂ ਦਖਲਅੰਦਾਜ਼ੀ ਹੋ ਗਈ? ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ, ਉਹ ਵੀ ਤਾਂ ਐਕਟ ਦੇ ਅਧੀਨ ਹੀ ਹੁੰਦੀ ਹੈ ਜਿਹੜਾ ਸਰਕਾਰ ਨੇ ਬਣਾਇਆ, ਐਕਟ ਦੇ ਅਧੀਨ ਹੁੰਦੀ ਹੈ। ਐਕਟ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਕਰਤੀ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਪਾਵਰਫੁਲ ਹੋ ਜਾਵੇ। ਜੇ ਉਹਨੂੰ ਕੋਈ ਸਿਆਸੀ ਪਾਰਟੀ, ਜਿਸ ਤਰ੍ਹਾਂ ਸੁਖਬੀਰ ਬਾਦਲ ਸਾਹਿਬ ਨੇ ਹਾਈਜੈਕ ਕੀਤਾ ਆ, ਉਹਦੇ ਚੁੰਗਲ 'ਚੋਂ ਨਿਕਲਣ ਲਈ ਇਹਨਾਂ ਨੂੰ ਰਸਤਾ ਮਿਲ ਜਾਵੇ। ਜੀ ਕਾਨੂੰਨ ਦੇ ਅਨੁਸਾਰ ਅਸੀਂ ਫ੍ਰੀ ਟੂ ਦਾ ਏਅਰ ਕਰਨੀ ਮਤਲਬ ਜ਼ਰੂਰੀ ਹੈ। ਮੈਂ ਤਾਂ ਸਪਸ਼ਟ ਤੌਰ 'ਤੇ ਕਹਿਣਾ ਹੈ, ਜੇ ਹੁਣ ਵਧਾਉਣ ਦੀ ਵੀ ਗੱਲ ਕਰਦੇ, ਅੱਜ ਹੀ ਮੇਰੀ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨਾਲ ਗੱਲ ਹੋ ਰਹੀ ਸੀਗੀ, ਮੈਂ ਉਹਨਾਂ ਨੂੰ ਕਿਹਾ ਸੀਗਾ, ਬੇਨਤੀ ਕੀਤੀ ਸੀ ਕਿ ਭਾਈ ਸਾਹਿਬ, ਜੇ ਤੁਸੀਂ ਕਹਿੰਦੇ ਆ ਕਿ PTC ਨੂੰ ਹੀ ਉਨੀ ਦੇਰ ਅਸੀਂ ਹੋਰ ਅਧਿਕਾਰ ਦੇ ਦਈਏ ਜਿੰਨੀ ਦੇਰ ਅਸੀਂ ਪ੍ਰਬੰਧ ਨਹੀਂ ਮੁਕੰਮਲ ਕਰ ਸਕੇ। ਪਹਿਲੀ ਗੱਲ ਤਾਂ ਸਾਲ ਕਿਉਂ ਨਹੀਂ ਪ੍ਰਬੰਧ ਮੁਕੰਮਲ ਕਰ ਸਕੇ ਤੁਸੀਂ? ਨੰਬਰ 2 ਤੇ ਇਹ ਕਿਉਂ ਨਾ ਅਸੀਂ ਇਸ ਗੱਲ ਨੂੰ ਸਮਝੀਏ ਕਿ ਤੁਸੀਂ ਵਿੰਗੇ ਟੇਢੇ ਤਰੀਕੇ ਨਾਲ PTC ਦਾ ਕਬਜ਼ਾ ਨਹੀਂ ਖਤਮ ਕਰਨਾ ਚਾਹੁੰਦੇ। ਨੰਬਰ 3 ਤੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਰਹੇ ਆ, ਪਰ ਜੇ ਤੁਸੀਂ ਸਰਕਾਰ ਨੂੰ ਸੇਵਾ ਦੇਣ ਨੂੰ ਤਿਆਰ ਆ ਤਾਂ ਅਸੀਂ 24 ਘੰਟੇ ਦੇ ਵਿੱਚ ਉੱਥੇ ਪ੍ਰਬੰਧ ਕਰ ਦਿੰਦੇ ਆ ਵੀ ਸਾਰਿਆਂ ਨੂੰ ਹੀ ਤੁਸੀਂ ਇਨ ਦਾ ਮੀਟਿੰਗ ਜਿੰਨਾ ਤੁਸੀਂ ਨਹੀਂ ਕਰ, ਸਾਰਿਆਂ ਨੂੰ ਅਧਿਕਾਰ ਦੇ ਦਿਓ। ਹਾਂਜੀ, ਉਹ ਤੁਹਾਨੂੰ ਵੀ ਪਤਾ ਹੈ, ਤੁਸੀਂ ਮੀਡੀਆ ਕਰਮੀ ਆ, ਕਿ ਬੀਟ ਦੇਣੀ ਆ, ਉਹਦੇ ਨਾਲ ਕੋਈ ਵੀ ਪ੍ਰਕਾਸ਼ਿਤ ਕਰ ਸਕਦਾ। ਕੰਡਕਟ ਰੂਲ ਜਿਹੜੇ ਨਾਰਮਸ ਨੇ, ਜਿਹੜੀ ਮਰਿਆਦਾ ਆ, ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਨਿਰਧਾਰਿਤ ਕੀਤੀ ਹੋਈ ਆ, ਔਰ ਐਕਟ ਦੇ ਵਿੱਚ ਵੀ ਇਹ ਪਾਇਆ ਹੋਇਆ ਕਿ ਨਾ ਡਿਊਰਿੰਗ ਦੀ ਪ੍ਰਚਾਰ ਪ੍ਰਸਾਰ ਐਡ, ਨਾ ਉਹ ਤੋਂ ਅੱਧਾ ਘੰਟਾ ਪਹਿਲਾਂ, ਨਾ ਅੱਧਾ ਘੰਟਾ ਬਾਅਦ 'ਚ, ਜਿਹੜਾ ਵੀ ਪਾਲਣਾ ਕਰੂਗਾ ਉਹ ਜਿਹੜਾ ਵੀ ਚਲਾਉਣਾ ਚਾਹੁੰਦਾ ਉਹ ਚਲਾ ਸਕੇ, ਆਜ਼ਾਦੀ ਹੋਵੇ ਸਾਰਿਆਂ ਨੂੰ ਚਲਾਉਣ ਦੀ। ਸੋ ਇਸ ਮੁੱਦੇ 'ਤੇ ਤਾਂ ਮੈਂ ਇਹ ਕਹਿੰਦਾ ਆ ਵੀ ਕੋਈ ਕਿੰਤੂ ਪਰੰਤੂ ਦੀ ਲੋੜ ਹੀ ਨਹੀਂ ਹੈ। ਇਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ, ਕੈਬਨਿਟ ਦਾ, ਅਸੈਂਬਲੀ ਦਾ, ਜਿੱਥੇ ਇਹ ਬਿੱਲ ਪਾਸ ਕੀਤਾ ਗਿਆ ਆ। ਔਰ ਰਾਦਰ ਸ਼੍ਰੋਮਣੀ ਅਕਾਲੀ ਦਲ ਵਿੰਗੇ ਟੇਢੇ ਤਰੀਕੇ ਨਾਲ ਗਵਰਨਰ ਦਾ ਸਹਾਰਾ ਲੈ ਕੇ, BJP ਦਾ ਸਹਾਰਾ ਲੈ ਕੇ ਉਹ ਉਸ ਚੀਜ਼ ਨੂੰ ਤਾਰ ਪੀਡੋ ਕਰਨਾ ਚਾਹੁੰਦੇ ਆ। ਗਵਰਨਰ ਸਾਹਿਬ ਜਿਹੜੇ ਪਹਿਲਾਂ BJP ਦੇ ਬੁਲਾਰੇ ਦੇ ਤੌਰ 'ਤੇ ਕੰਮ ਕਰ ਰਹੇ ਆ, ਪਰ ਇਹਨਾਂ ਦੀ ਗੱਲਾਂ ਇਹ ਸਿਰੇ ਨਹੀਂ ਚੜ੍ਹਨੀਆਂ, ਕਿਉਂਕਿ ਸੰਗਤ ਜਿਹੜੀ ਆ ਇਸ ਗੱਲ ਦੀ ਇੱਕ ਮਤ ਹੈ
ਕਿ ਸਰਬ ਸਾਂਝੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਫ੍ਰੀ ਟੂ ਏਅਰ ਸਾਰਿਆਂ ਲਈ ਬਰਾਬਰ ਦੇ ਮੌਕੇ ਹੋਣੇ ਚਾਹੀਦੇ ਆ। ਕੋਈ ਵੀ ਬੰਦਾ ਇਹਨੂੰ ਸਰਵਣ ਕਰ ਸਕਦਾ ਹੈ। ਕੋਈ ਹੋਰ ਤੁਹਾਡਾ ਸਵਾਲ ਹੈ ਤੇ ਸਾਹਿਬ, ਇੱਕ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹ ਮੁੱਦਾ ਭਖਿਆ ਸੀਗਾ, ਉਸ ਵੇਲੇ ਇਹ ਇਲਜ਼ਾਮ ਲੱਗਣ ਲੱਗੇ ਸੀਗੇ ਕਿ ਧਰਮ ਦੇ ਵਿੱਚ ਦਖਲਅੰਦਾਜ਼ੀ, ਜਿਸ ਤਰ੍ਹਾਂ ਹੁਣੀ ਆਪਾਂ ਜ਼ਿਕਰ ਵੀ ਕੀਤਾ, ਉਸ ਵੇਲੇ ਬਾਰ-ਬਾਰ ਇਹੀ ਕਿਹਾ ਜਾ ਰਿਹਾ ਸੀਗਾ ਕਿ ਇਹ ਅਧਿਕਾਰ ਜਿਹੜੀ ਹੈ ਉਹ ਸੂਬਾ ਸਰਕਾਰ ਕੋਲ ਨਹੀਂ ਨੇ। ਮੈਂ ਇਹ ਦੁਬਾਰਾ ਜਾਣਨਾ ਚਾਹੁੰਦਾ, ਕਿਉਂਕਿ ਇਹੀ ਮੁੱਦਾ ਦੁਬਾਰਾ ਬਣਦਾ ਵੀ ਨਜ਼ਰ ਆ ਰਿਹਾ ਕਿ ਇਹ ਅਧਿਕਾਰ ਸੂਬਾ ਸਰਕਾਰ ਕੋਲ ਹੈ ਨੇ, ਕਿਉਂਕਿ ਇਹਦੀ ਦੁਹਾਈ ਪਾ ਕੇ ਬਾਰ-ਬਾਰ ਐਸਜੀਪੀਸੀ ਗਵਰਨਰ ਕੋਲ ਜਾਂਦੇ ਨੇ ਕਿ ਇਹ ਅਧਿਕਾਰ ਸੂਬਾ ਸਰਕਾਰ ਕੋਲ ਹੈ ਹੀ ਨਹੀਂ, ਇਹ ਤਾਂ ਸਾਡੇ ਤੇ ਕੇਂਦਰ ਸਰਕਾਰ ਵਿਚਲੀਆਂ ਗੱਲਾਂ ਨੇ। ਇਸ ਕਰਕੇ ਬਾਰ-ਬਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਧਰਮ ਦੇ ਵਿੱਚ ਦਖਲ ਹੋ ਰਿਹਾ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਸਾਹਿਬ ਸਿੰਘ ਜੀ, ਦਖਲ ਬਾਰੇ ਮੈਂ ਪਹਿਲਾਂ ਸਪਸ਼ਟ ਕਰਤਾ ਆ। ਬਾਕੀ ਜਿਹੜਾ ਐਕਟ ਦੇ ਵਿੱਚ ਹੈ ਨਾ, ਜਦੋਂ ਸਰਕਾਰਾਂ ਕੰਮ ਕਰਦੀਆਂ ਆ, ਉਹ ਇਦਾਂ ਨਹੀਂ ਹੈ ਕਿ ਮੈਂ ਭਗਵੰਤ ਮਾਨ ਸਾਹਿਬ ਦੇ ਜਾ ਕੇ ਕੰਨ 'ਚ ਕੁਝ ਕਿਹਾ ਤੇ ਉਹਨਾਂ ਨੇ ਐਲਾਨ ਕਰਤਾ। ਪਹਿਲੀ ਗੱਲ ਤਾਂ ਉਹ ਆਪ ਹੀ ਖੁਦ ਬੜੇ ਇੰਟੈਲੀਜੈਂਟ ਨੇ। ਫਿਰ ਇੱਕ ਸਰਕਾਰ ਦਾ ਸਿਸਟਮ ਹੁੰਦਾ ਆ, ਉਹ ਸਿਸਟਮ ਕੰਮ ਕਰਦਾ ਆ। ਉਹ ਸਿਸਟਮ ਇਹਨਾਂ ਨੇ ਪਿਛਲੇ 70 ਸਾਲ 'ਚ ਇੰਨਾ ਵਿਗਾੜਿਆ, ਭਾਵੇਂ ਅੱਜ ਦਾ ਵਿਸ਼ਾ ਨਹੀਂ ਹੈਗਾ ਇਹ, ਉਹਨੂੰ ਪੂਰੀ ਤਰ੍ਹਾਂ ਸਹੀ ਕਰਨ ਲਈ ਟਾਈਮ ਲੱਗਣਾ, ਕਿਉਂਕਿ ਸਿਸਟਮ ਹੈ ਉਹਦਾ। ਹਰ ਇੱਕ ਪੁਰਜਾ, ਹਰ ਇੱਕ ਆਫਿਸਰ, ਹਰ ਇੱਕ ਕਰਿੰਦਾ, ਹਰ ਇੱਕ ਚੇਅਰਮੈਨ, ਹਰ ਇੱਕ ਸਿਆਸੀ ਲੋਕ ਸਾਰੇ ਹਿੱਸਾ ਨੇ ਉਸ ਸਿਸਟਮ ਦਾ। ਉਸ ਸਿਸਟਮ ਦੇ ਰਾਹੀਂ ਫੈਸਲੇ ਹੁੰਦੇ ਆ। ਉਸ ਸਿਸਟਮ ਦੇ ਵਿੱਚ ਵਕੀਲ ਨੇ, ਉਸ ਸਿਸਟਮ ਦੇ ਵਿੱਚ ਲੀਗਲ ਐਡਵਾਈਜ਼ਰ ਵੀ ਨੇ, ਉਸ ਸਿਸਟਮ ਵਿੱਚ ਪੁਲਿਸ ਵੀ ਹੈ, ਈਵਨ ਕਈਆਂ ਮੌਕਿਆਂ ਤੇ ਆ ਕੇ ਫੌਜ ਵੀ ਉਸ ਸਿਸਟਮ ਦਾ ਹਿੱਸਾ ਬਣ ਜਾਂਦੀ ਹੈ ਐਮਰਜੈਂਸੀ ਹਾਲਾਤਾਂ 'ਚ। ਸੋ ਇਹ ਜਿਹੜੇ ਸਿਸਟਮ ਦੇ ਅਨੁਸਾਰ ਹੀ ਲੀਗਲ ਰਾਏ ਲੈ ਕੇ ਸਾਰਾ ਕੁਝ ਜਿਹੜਾ ਆ ਫੇਰ ਹੀ ਫੈਸਲਾ ਹੋਇਆ ਆ। ਇਦਾਂ ਹੀ ਕੋਈ ਅੱਬੜ ਵਾਹੇ ਕੋਈ ਫੈਸਲਾ ਨਹੀਂ ਕਰਤਾ। ਪ੍ਰੋਸੈਸਿੰਗ ਹੋਈ ਆ, ਹਰ ਇੱਕ ਸ਼ਾਖਾ ਨੇ ਆਪਣੀ ਪ੍ਰੋਸੈਸਿੰਗ ਕੀਤੀ ਆ। ਉਸ ਐਕਟ ਦੇ ਵਿੱਚ ਮੈਂ ਸੰਖੇਪ 'ਚ ਦੱਸ ਦੇਣਾ, ਇੱਕ ਪ੍ਰੋਵੀਜ਼ਨ ਹੈ ਕਿ ਇਹ ਐਕਟ ਜਿਹੜਾ ਆ ਸਾਰਿਆਂ ਵਾਸਤੇ ਆ। ਸਾਰੇ ਇੰਡੀਆ ਵਿੱਚ ਜਿੱਥੇ ਕਿਤੇ ਵੀ ਗੁਰਦੁਆਰਾ ਸਾਹਿਬ ਹੈਗੇ ਆ, ਹੋਰ ਸਾਰੇ ਹੈਗੇ ਜਿੱਥੇ ਕਿਤੇ ਚੋਣਾਂ ਹੋਣੀਆਂ, ਉਹਨਾਂ 'ਤੇ ਲਾਗੂ ਹੈ। ਉਹਦੇ ਵਿੱਚੋਂ ਇੱਕ ਸੈਕਸ਼ਨ ਇਹਦਾ ਹੈਗਾ ਆ, ਉਹਦੇ ਵਿੱਚ ਜਿਹੜੀ ਵੀ ਸਟੇਟ ਅਮੈਂਡਮੈਂਟ ਕਰਦੀ ਆ, ਉਹਦਾ ਉਹ ਪੋਰਸ਼ਨ ਉਹ ਸਟੇਟ ਦਾ ਐਕਟ ਬਣ ਜਾਏਗਾ। ਉਹਦੇ ਅਨੁਸਾਰ ਕੀਤਾ ਆ। ਗਵਰਨਰ ਸਾਹਿਬ ਨੇ ਕਿਹਾ ਆ ਹੁਣ ਵੀ ਅਸੀਂ ਮੈਂ ਲੀਗਲ ਰਾਏ ਲੈ ਰਿਹਾ। ਪਹਿਲੀ ਗੱਲ ਤਾਂ ਇੰਨੀ ਦੇਰ ਹੋ ਗਈ ਐਕਟ ਪਾਸ ਹੋਈ ਨੂੰ, ਉਨੀ ਦੇਰ ਜੇ ਕੋਈ ਖਾਮੀ ਹੁੰਦੀ ਨਾ, ਉਹਨਾਂ ਨੇ ਤਾਂ ਲੀਗਲ ਰਾਏ ਲੈ ਕੇ ਹੁਣ ਤੱਕ ਦੁਨੀਆ ਸਿਰ ਤੇ ਚੱਕ ਲੈਣੀ ਸੀ। ਅਜੇ ਤੱਕ ਸਟੇਟਮੈਂਟ ਉਹਨਾਂ ਨੇ ਇਹੀ ਦਿੱਤੀ ਆ ਕਿ ਇਹ ਠੀਕ ਨਹੀਂ ਹੈ, ਗੈਰ ਕਾਨੂੰਨ ਹੈ। ਅਜਲਾਸ ਹੀ ਗੈਰ ਕਾਨੂੰਨੀ ਸੀਗਾ, ਨਹੀਂ ਤਾਂ ਅਜਲਾਸ ਨੂੰ ਗੈਰ ਕਾਨੂੰਨੀ ਕਹਿਣ ਦੀ ਲੋੜ ਨਹੀਂ ਸੀ, ਇਕੱਲਾ ਇਹ 'ਤੇ ਆਪਣੇ ਵਿਚਾਰ ਦੇ ਦਿੰਦੇ। ਤੇ ਉਹ ਕਹਿ ਰਿਹਾ ਵੀ ਮੈਂ ਅਜੇ ਲੀਗਲ ਰਾਏ ਲੈਣੀ ਆ। ਮਤਲਬ ਲੀਗਲ ਰਾਏ ਲੈਣ ਤੋਂ ਪਹਿਲਾਂ ਤੁਸੀਂ ਕਹਿ ਦਿੱਤਾ ਵੀ ਗੈਰ ਸੰਵਿਧਾਨਿਕ ਹੈ, ਔਰ ਈਵਨ ਅਜਲਾਸ ਨੂੰ ਵੀ ਕਹਿ ਦਿੱਤਾ ਗੈਰ ਸੰਵਿਧਾਨਿਕ ਹੈ। ਔਰ ਜਿਹੜਾ ਅਜਲਾਸ ਆ ਉਹਨੂੰ ਤਾਂ ਗੈਰ ਸੰਵਿਧਾਨਿਕ ਗਵਰਨਰ ਕਹਿ ਨਹੀਂ ਸਕਦਾ। ਗੈਰ ਸੰਵਿਧਾਨਿਕ ਉਹ ਗੱਲ ਕਰ ਰਹੇ ਨੇ। ਕੁਝ ਪਾਵਰਾਂ ਮੁੱਖ ਮੰਤਰੀ ਦੀਆਂ, ਕੁਝ ਪਾਵਰਾਂ ਗਵਰਨਰ ਸਾਹਿਬ ਦੀਆਂ। ਸਾਰਿਆਂ ਨੇ ਆਪਣੇ ਆਪਣੇ ਅਧਿਕਾਰ 'ਚ ਇਹ ਖੇਤਰ 'ਚ ਕੰਮ ਕਰਨਾ ਹੁੰਦਾ ਆ। ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਇਸ ਤਰ੍ਹਾਂ ਦੇ ਇਜਲਾਸ ਹੋਏ ਸੀ, ਉਦੋਂ ਬਹੁਤੀ ਕੰਟਰੋਵਰਸੀ ਨਹੀਂ ਉੱਠ ਸਕੀ, ਬਟ ਉਸ ਵੇਲੇ ਵੀ ਕੋਸ਼ਿਸ਼ਾਂ ਹੋਈਆਂ ਸੀਗੀਆਂ ਵੀ ਇਸ ਕਿਤੇ ਇਹ ਅਜਲਾਸ ਨੂੰ ਹੀ ਗੈਰ ਸੰਵਿਧਾਨਕ ਬਣਾ ਦਈਏ, ਨਹੀਂ ਸੀ ਹੋ ਸਕਿਆ। ਐਗਜ਼ੈਕਟਲੀ ਸਿਮਿਲਰ ਸਿਚੁਏਸ਼ਨ ਵਿੱਚ ਮਤਲਬ ਉਦੋਂ ਵੀ ਕਾਂਗਰਸ ਰਾਜ ਵੇਲੇ ਵੀ ਜੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਜਲਾਸ ਹੋਏ ਸੀ। ਸੋ ਉਹ ਬਿਲਕੁਲ ਹੀ ਗੈਰ ਸੰਵਿਧਾਨਕ ਵਾਲੀ ਗੱਲ ਹੀ ਨਹੀਂ ਹੈ। ਮੁੱਖ ਮੰਤਰੀ ਸਾਹਿਬ ਅਜਲਾਸ ਸੱਦ ਸਕਦੇ ਆ। ਸੁਪਰੀਮ ਕੋਰਟ ਨੇ ਜਿਹੜਾ ਨਿਰਧਾਰਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਦਾ ਤੇ ਜਿਹੜੀ ਕੈਬਨਿਟ ਹੈ ਮਿਨਿਸਟਰਸ ਦੀ, ਉਹਦਾ ਪ੍ਰੈਰੋਗੇਟਿਵ ਹੈ। ਚੁਣੇ ਹੋਏ ਬੰਦਿਆਂ ਦੀ ਅਸੈਂਬਲੀ ਹੈ, ਉਹ ਚੁਣੇ ਹੋਏ ਬੰਦਿਆਂ ਦੀ ਅਸੈਂਬਲੀ ਵਿੱਚੋਂ ਹੀ ਕੈਬਨਿਟ ਬਣਦੀ ਹੈ। ਉਹਨਾਂ ਦੇ ਮੁੱਖ ਮੰਤਰੀ ਨੇ, ਸਾਰੇ 3.5 ਕਰੋੜ ਲੋਕਾਂ ਦੇ ਮੁੱਖ ਮੰਤਰੀ ਨੇ ਦੇਖਣਾ ਕਿ ਅਜਲਾਸ ਕਦੋਂ ਬੁਲਾਉਣਾ ਆ, ਕਾਹਦੇ 'ਤੇ ਬੁਲਾਉਣਾ ਆ। ਜਿਹੜਾ ਗਵਰਨਰ ਸਾਹਿਬ ਦਾ ਅਹੁਦਾ ਆ ਉਹ ਇੱਕ ਸੰਵਿਧਾਨਕ ਅਹੁਦਾ ਆ, ਆਨਰਰੀ ਅਹੁਦਾ ਆ। ਗਵਰਨਰ ਸਾਹਿਬ ਕੋਲ ਪਾਵਰ ਉਦੋਂ ਆਉਂਦੀ ਹੈ ਜਦੋਂ ਸੂਬੇ 'ਚ ਪਾਪੂਲਰ ਸਰਕਾਰ ਨਾ ਹੋਵੇ, ਉਹ ਵੀ ਨਿਰਧਾਰਿਤ ਹੈ। ਸਾਰਾ ਕੁਝ ਸੰਵਿਧਾਨ ਦੇ ਅਨੁਸਾਰ ਹੈ। ਇਹ ਗੈਰ ਸੰਵਿਧਾਨਕ ਗੱਲਾਂ ਕਰ ਰਹੇ ਆ। ਬੀਜੇਪੀ ਜਿੱਥੇ ਵੀ ਨੌਨ ਬੀਜੇਪੀ ਗਵਰਨਮੈਂਟ ਹੈਗੀ ਆ ਨਾ, ਉੱਥੇ ਆਪਣੇ ਗਵਰਨਰਾਂ ਰਾਹੀਂ ਦੂਜੀਆਂ ਸਰਕਾਰਾਂ ਨੂੰ ਸਟੇਬਲਾਈਜ਼ ਕਰਕੇ ਆਪਣੀਆਂ ਸ਼ਰਤਾਂ ਮਨਾਉਣ ਦੇ ਚੱਕਰ 'ਚ ਨੇ। ਉਹ ਹੋਰ ਇਹ 'ਚ ਕੋਈ ਗੱਲ ਨਹੀਂ। ਸੋ ਜੋ ਵੀ ਐਕਟ ਹੈਗਾ ਉਹ ਵੀ ਸਹੀ ਆ, ਜੋ ਅਸੈਂਬਲੀ ਸੈਸ਼ਨ ਹੋਇਆ ਉਹ ਵੀ ਸਹੀ ਹੈ। ਅੱਛਾ, ਜੋ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਉਹ ਰਾਏ ਲੈਂਦੇ ਪਏ ਨੇ, ਅਸੀਂ ਇਹ ਇਸ ਤਰ੍ਹਾਂ ਮੰਨ ਸਕਦੇ ਹਾਂ ਕਿ ਕੀ ਇਹ ਉਸ ਚੀਜ਼ ਦਾ ਬਾਈ ਪ੍ਰੋਡਕਟ ਹੈਗਾ ਕਿ ਜੋ ਤਲਖੀ ਗਵਰਨਰ ਸਾਹਿਬ ਤੇ ਸੀਐਮ ਭਗਵੰਤ ਮਾਨ ਵਿੱਚ ਵੇਖਣ ਨੂੰ ਮਿਲੀ ਸੀ, ਜੋ ਟਕਰਾਰ ਪਹਿਲਾਂ ਨਜ਼ਰ ਆਈ ਸੀ, ਇਸ ਕਰਕੇ ਕਿਤੇ ਆਪਣਾ ਗੁੱਸਾ ਗਵਰਨਰ ਸਾਹਿਬ ਕੱਢਦੇ ਪਏ ਨੇ ਸੀਐਮ ਭਗਵੰਤ ਮਾਨ ਤੇ? ਨਹੀਂ, ਗਵਰਨਰ ਸਾਹਿਬ ਕੋਈ ਗੁੱਸਾ ਨਹੀਂ ਕੱਢ ਰਹੇ ਭਗਵੰਤ ਮਾਨ ਸਾਹਿਬ ਤੇ। ਗਵਰਨਰ ਸਾਹਿਬ ਬਨਵਾਰੀ ਲਾਲ ਪ੍ਰੋਹਤ ਜੀ ਬਹੁਤ ਵਧੀਆ ਵਿਅਕਤੀ ਨੇ। ਉਹਨਾਂ ਦੇ ਕੰਮ ਕਾਜ ਵਿੱਚ ਨੁਕਸ ਹੈ ਥੋੜ੍ਹਾ ਜਿਹਾ। ਉਹ ਆਪਣੇ ਨਾ ਸੰਵਿਧਾਨਕ ਅਹੁਦੇ ਦੀਆਂ ਮਰਿਆਦਾਵਾਂ ਨੂੰ ਉਲੰਘਣਾ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਨਿਰਦੇਸ਼ਾਂ ਤੇ, ਜਿਹੜੇ ਉਹਨਾਂ ਨੂੰ ਦਿੱਲੀ ਸਥਿਤ ਬੀਜੇਪੀ ਦੇ ਆਫਿਸ ਤੋਂ ਆਉਂਦੇ ਆ। ਉਹ ਗਵਰਨਰ ਦੇ ਤੌਰ ਤੇ ਕੰਮ ਕਰਨ ਦੀ ਬਜਾਏ ਬੀਜੇਪੀ ਦੇ ਸਪੋਕਸਮੈਨ ਦੇ ਤੌਰ ਤੇ ਕੰਮ ਕਰਦੇ ਆ। ਇਹ ਪ੍ਰੋਬਲਮ ਹੈ ਸਾਰੀ ਹੋਈ।
ਇੱਥੋਂ ਹੀ ਗੱਲ ਸ਼ੁਰੂ ਹੋਈ ਆ। ਨਹੀਂ ਤਾਂ ਭਗਵੰਤ ਮਾਨ ਸਾਹਿਬ ਇੰਨੇ ਅੱਛੇ ਵਿਅਕਤੀ ਨੇ, ਇੰਨੇ ਇੰਟੈਲੀਜੈਂਟ ਨੇ, 3.5 ਕਰੋੜ ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦੇ ਕੇ ਚੁਣਿਆ, 2 ਵਾਰੀ ਰਿਕਾਰਡ ਤੋੜ ਕੇ ਉਹ MP ਚੁਣੇ ਗਏ ਆ ਪਹਿਲਾਂ, ਔਰ MP ਦੇ ਤੌਰ ਤੇ ਵੀ ਪੂਰੇ ਇੰਡੀਆ ਦੇ ਵਿੱਚ ਸਾਰੇ ਹੀ ਅਕ੍ਰੋਸ ਪਾਰਟੀ ਲਾਈਨ MPs ਇਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਅਸੀਂ ਤਾਂ ਨਿੱਜੀ ਤੌਰ ਤੇ ਦੇਖਦੇ ਰਹੇ ਨਾ, ਦੂਜੀ ਪਾਰਟੀ ਦੇ ਲੋਕ ਵੀ ਜਦੋਂ ਸੈਸ਼ਨ ਖਤਮ, ਭਗਵੰਤ ਜੀ ਇਧਰ ਆइए, हमें जप्फी डालो, हम मिलना चाहते हैं। ਬਹੁਤ ਉਹਨਾਂ ਦੀ ਮਤਲਬ ਲੋਕਪ੍ਰਿਯਤਾ ਹੈਗੀ ਆ। ਪਹਿਲਾਂ ਕਲਾਕਾਰ ਦੇ ਤੌਰ ਤੇ ਤਾਂ ਪੰਜਾਬੀ ਸੈਲੀਬ੍ਰਿਟੀ ਦੇ ਤੌਰ ਤੇ ਜਾਣਦੇ ਹੀ ਆ ਇਹਨਾਂ ਨੂੰ, ਪਰ ਨਾਲੇ ਉਹ ਜਦੋਂ ਪੋਲਿਟਿਕਸ ਵਿੱਚ ਵੀ ਆਏ ਆ, ਫੇਲ ਹੋਏ ਕਲਾਕਾਰ ਥੋੜ੍ਹੀ ਸੀਗੇ, ਕਰੋੜਾਂ ਰੁਪਏ ਕਮਾਉਂਦੇ ਸੀ, ਸਰੈਂਡਰ ਕਰਕੇ ਆਏ ਆ, ਉੱਧਰੋਂ ਛੱਡ ਕੇ ਆਏ ਆ, ਕੁਰਬਾਨੀ ਕਰਕੇ ਆਏ ਆ। ਇੱਧਰ ਵੀ ਲੋਕਾਂ ਨੇ ਹੱਥਾਂ ਤੇ ਚੱਕਿਆ ਔਰ ਵਧੀਆ ਕੰਮ ਕਰ ਰਹੇ ਆ, ਜਿੰਨੇ ਸਵਾ ਸਾਲ 'ਚ ਕੰਮ ਕਰ ਦਿੱਤੇ ਆ। ਇਹ ਹੋਰ ਕਿੰਨੇ ਮੁੱਦੇ ਆ ਯਾਰ, ਜੇ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰਨ ਲੱਗ ਜਾਈਏ ਤਾਂ ਮਤਲਬ ਜਿੰਨੀ ਦੇਰ ਮਰਜ਼ੀ ਆਪਾਂ ਬੋਲੀ ਚੱਲੀਏ। ਜਾਂ ਦੱਸੋ ਕਿਸੇ ਸਵਾ ਸਾਲ ਪਹਿਲੇ ਸਾਲਾਂ 'ਚ, ਪਿਛਲੇ ਸਵਾ ਸਾਲ 'ਚ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕੰਮ ਕੀਤਾ ਹੋਵੇ, ਜਾਂ 70 ਸਾਲਾਂ ਤੱਕ ਹੁਣ ਕਿਸੇ ਨੇ ਇੰਨੇ ਕੰਮ ਕੀਤੇ ਹੋਣ। ਪਹਿਲੇ ਸਵਾ ਸਾਲ 'ਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਿਰਫ ਇੱਕ ਨੌਕਰੀ ਦਿੱਤੀ ਸੀ, ਉਹ ਵੀ ਸਾਬਕਾ ਮੁੱਖ ਮੰਤਰੀ ਦੇ ਪੋਤੇ ਨੂੰ DSP ਲਾਇਆ ਸੀਗਾ। ਬਾਅਦ 'ਚ ਉਹ ਚੈਲੰਜ ਵੀ ਹੋ ਗਿਆ ਸੀਗਾ ਵੀ ਕੁਆਲੀਫਾਈ ਨਹੀਂ ਸੀ ਕਰਦੇ, ਪਰ ਇਹਨਾਂ ਨੇ ਮੈਨੇਜ ਕਰ ਲਿਆ। ਇੱਕ ਨੌਕਰੀ ਦਿੱਤੀ ਸੀ, ਉਹ ਵੀ ਸਾਬਕਾ ਕਰੋੜਪਤੀ ਪਰਿਵਾਰ, ਸਾਬਕਾ ਮੁੱਖ ਮੰਤਰੀ ਦੇ ਪੋਤੇ ਨੂੰ। ਸੋ ਭਗਵੰਤ ਮਾਨ ਸਾਹਿਬ ਨੇ ਕੀ ਕੀਤਾ ਹੈ ਇਸ ਕਰਕੇ ਆ। ਇਸੇ ਮਾਮਲੇ ਨੂੰ ਲੈ ਕੇ ਜਦੋਂ ਟੈਂਡਰ ਕੱਢੇ ਗਏ, 12 ਲੱਖ ਰੁਪਏ ਦਾ ਇੱਕ ਟੈਂਡਰ ਅਲਾਟ ਹੋਇਆ, ਔਰ ਉਹ ਟੈਂਡਰ ਜਿਹੜਾ ਅਲਾਟ ਹੋਇਆ ਉਹ ਉਸ ਕੰਪਨੀ ਨੂੰ ਹੋਇਆ ਜਿਸ ਦੇ ਜਿਹੜੇ ਲਿੰਕ ਨੇ, ਜਿਹੜੇ ਕਨੈਕਸ਼ਨ ਹੈਗੇ ਨੇ, ਉਹ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਜੁੜਦੇ ਨੇ। ਕੀ ਇਹ ਵੀ ਸੋਚਿਆ ਸਮਝਿਆ ਇੱਕ ਪਲਾਨ ਕਹਿ ਸਕਦੇ ਹਾਂ ਕਿ ਉਹੀ ਪਰਿਵਾਰ, ਉਹੀ ਕੰਪਨੀ ਲੱਭੀ ਜਾਵੇ ਜਿਹਦਾ ਕਨੈਕਸ਼ਨ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ ਸੀ? ਨਹੀਂ, ਉਹ ਕਨੈਕਸ਼ਨ ਮੈਂ ਹੁਣ, ਤੁਸੀਂ ਜ਼ਿਆਦਾ ਦੂਰ ਜਾ ਰਹੇ ਹੋ, ਮੈਂ ਨਹੀਂ ਇੰਨੀ ਦੂਰ ਜਾਣਾ ਚਾਹੁੰਦਾ। ਵੀ ਕੋਸ਼ਿਸ਼ਾਂ ਤਾਂ ਸਾਰੀਆਂ ਇਹੀ ਹੋ ਰਹੀਆਂ ਕਿ ਨਾਮ ਬਦਲ ਕੇ ਤੇ ਹੋਰ ਕਰਾ ਕੇ ਕਬਜ਼ਾ ਨਹੀਂ ਛੱਡਣਾ ਅਸੀਂ। ਜਿੱਦਾਂ ਪ੍ਰਾਈਵੇਟ ਬਿਜ਼ਨਸਮੈਨ ਨੇ, ਇੱਕ ਜਿਹੜੀ ਆ ਇਹ ਲਿਮਟਿਡ ਕੰਪਨੀ ਜਿਹੜੀ ਆ ਫੇਲ ਹੋ ਜਾਂਦੀ ਆ, ਦੂਜੀ ਪਹਿਲਾਂ ਹੀ ਤਿਆਰ ਹੁੰਦੀ ਆ, ਜਾਂ ਪਹਿਲਾਂ 3 ਬਣਾਈਆਂ ਹੁੰਦੀਆਂ, ਟੈਕਸ ਤੋਂ ਕਿੱਦਾਂ ਬਚਣਾ, ਹੋਰ ਕਿੱਦਾਂ। ਇੱਦਾਂ ਹੀ ਇੱਧਰ ਵੀ ਬਾਦਲ ਸਾਹਿਬ ਜਿਹੜੇ ਨੇ, ਸੁਖਬੀਰ ਬਾਦਲ ਸਾਹਿਬ, ਉਹ 'ਚ ਮਾੜੀ ਗੱਲ ਨਹੀਂ ਕੋਈ, ਮੈਂ ਕਹਿੰਦਾ। ਤੇ ਸੁਖਬੀਰ ਬਾਦਲ ਸਾਹਿਬ ਇੱਕ ਧਨਾੜ ਸਿੱਖ ਨੇ, ਠੀਕ ਹੈ ਨਾ, ਤੇ ਆਪਣੀ ਦਾ ਅਸੂਲ ਉੱਥੇ ਫਸਿਆ ਹੋਇਆ ਕਿ ਗੁਰਬਾਣੀ ਨੂੰ ਵੇਚਣਾ ਕਿਉਂ ਹੈ। ਟੈਂਡਰ ਅਸੀਂ ਲਾ ਰਹੇ ਹਾਂ, ਇਹਦਾ ਮਤਲਬ ਜਿਹੜਾ ਮਰਜ਼ੀ ਧਨਾੜ ਵਿਅਕਤੀ ਖਰੀਦ ਕੇ ਲੈ ਜਾਵੇ। ਇਹਦਾ ਮਤਲਬ ਕੋਈ ਹੋਰ ਬੰਦਾ ਐਂਟੀ ਸਿੱਖ ਮਰਿਆਦਾਵਾਂ ਦੀ ਉਲੰਘਣਾ ਕਰਨ ਵਾਲਾ ਬੰਦਾ, ਜਾਂ ਜਿਹੜਾ ਸਿੱਖੀ ਨੂੰ ਖੋਰਾ ਲਾਉਣਾ ਚਾਹੁੰਦਾ, ਉਹ ਖਰੀਦ ਲਵੇ, ਬਾਅਦ 'ਚ ਕਹਿ ਦੇਵੇ ਮੈਂ ਚਲਾਉਣੀ ਹੀ ਨਹੀਂ ਕਿਤੇ, ਬਈ ਪੈਸੇ ਦਿੱਤੇ ਆ। ਦੇਖੋ ਇੱਧਰ ਨੂੰ ਆਪਾਂ ਨਾ ਜਾਈਏ, ਇਹ ਆਪਾਂ ਮੈਂ ਫਿਰ ਜ਼ਿਆਦਾ ਬੋਲੂੰਗਾ, ਫਿਰ ਇਹਨਾਂ ਨੂੰ ਜ਼ਿਆਦਾ ਗੁੱਸਾ ਆਊਗਾ। ਤੇ ਸਾਡਾ ਮਕਸਦ ਤਾਂ ਇਹ ਆ ਕਿ ਸਾਰੀ ਗੁਰਬਾਣੀ ਦਾ ਫ੍ਰੀ ਪ੍ਰਚਾਰ ਤੇ ਪ੍ਰਸਾਰ ਹੋਵੇ। ਇਹ ਆਪਣੇ ਉੱਥੇ ਹੀ ਰੱਖਣਾ ਚਾਹੁੰਦੇ ਆ, PTC ਦੇ ਆਲੇ ਦੁਆਲੇ ਹੀ ਨਵੇਂ ਚੈਨਲ ਦਾ ਨਾਂ ਰੱਖ ਕੇ। ਤੇ ਨਾਲੇ ਨਹੀਂ ਟੈਂਡਰ ਹੁਣ ਤੁਸੀਂ ਦੇਖ ਲਓ, ਕੱਢੇ ਸੀ ਨਾ ਟੈਂਡਰ, ਹੁਣ ਕਿਤੇ ਟੈਂਡਰ ਦਾ ਨਾਂ ਲਿਆ ਇਹਨਾਂ ਨੇ। ਸੋ ਮੈਂ ਇਹੀ ਕਹਿੰਦਾ, ਮੈਂ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ, ਕਿ ਅਸੂਲਨ ਸਹਿਮਤ ਨੇ ਸਾਰੇ ਮੁੰਡੇ, ਸਾਡੇ ਨਾਲ ਆਉਂਦੇ ਹੀ ਆ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ, ਕਈ ਬਹੁਤ ਵਧੀਆ ਨੇ। ਭਾਈ ਰਾਮ ਸਿੰਘ ਹੁਣੀ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੁਧਾਰ ਦੀ ਮੰਗ ਕਰਦੇ ਰਹੇ, ਹੁਣ ਉਹਨਾਂ ਦੇ ਨਾਲ ਬੈਠੇ ਹੁੰਦੇ ਆ। ਧਾਮੀ ਸਾਹਿਬ ਦੇ ਨਾਲ ਗਰੇਵਾਲ ਸਾਹਿਬ ਫੈਡਰੇਸ਼ਨ 'ਚ ਹੁੰਦੇ ਸੀਗੇ, ਹਾਂਜੀ ਚਾਵਲਾ ਸਾਹਿਬ, ਉਹਨਾਂ ਦਾ ਕਿੰਨਾ ਰੋਲ ਰਿਹਾ, ਈਵਨ ਸਿੱਖ ਸੰਘਰਸ਼ ਵੇਲੇ ਵੀ, ਜਾਂ ਮਤਲਬ ਸੁਧਾਰ ਲਹਿਰ ਵੇਲੇ ਵੀ। ਮਤਲਬ ਮੈਂ ਨਹੀਂ ਕਹਿੰਦਾ ਉਹਨਾਂ 'ਚ ਬੰਦੇ ਸਾਰੇ ਹੀ ਮਾੜੇ ਆ ਜਾਂ ਕਿੱਦਾਂ, ਮੈਂ ਤਾਂ ਕਿਸੇ ਨੂੰ ਮਾੜਾ ਕਹਿੰਦਾ ਹੀ ਨਹੀਂ। ਰਾਦਰ ਕੰਮ ਆਪਣੇ ਠੀਕ ਹੋਣੇ ਚਾਹੀਦੇ ਆ। ਜਦੋਂ ਆਪਾਂ ਇੱਕ ਲੌਬੀ ਦਾ ਸ਼ਿਕਾਰ ਹੋ ਗਏ, ਇੱਕ ਪਰਿਵਾਰ ਦਾ ਸ਼ਿਕਾਰ ਹੋ ਗਏ, ਆਪਾਂ ਨੂੰ ਜਮਹੂਰੀਅਤ ਵੱਲ ਨੂੰ ਦੇਖਣਾ ਚਾਹੀਦਾ, ਸਿੱਖੀ ਦੇ ਅਸੂਲਾਂ ਵੱਲ ਨੂੰ ਦੇਖਣਾ ਚਾਹੀਦਾ, ਸੰਗਤ ਵੱਲ ਨੂੰ ਦੇਖਣਾ ਚਾਹੀਦਾ, ਲੋਕਾਂ ਵੱਲ ਨੂੰ ਦੇਖਣਾ ਚਾਹੀਦਾ ਕਿ ਲੋਕ ਕੀ ਚਾਹੁੰਦੇ ਨੇ। ਸੰਘੇੜਾ ਸਾਹਿਬ, ਅੰਤ ਵਿੱਚ ਮੇਰਾ ਸਵਾਲ ਇਹ ਹੈਗਾ ਕਿ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਆ ਚੁੱਕਿਆ, ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਹੁਣ ਜਿਹੜਾ ਉਹਨੇ ਟਾਈਮ ਲਈ ਪ੍ਰਸਾਰਣ PTC ਕਰੇਗਾ ਜਿੰਨੇ ਟਾਈਮ ਦੇ ਲਈ ਸੈਟੇਲਾਈਟ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਬਣਦਾ। ਹੁਣ ਇਸ ਤੋਂ ਬਾਅਦ ਪੰਜਾਬ ਸਰਕਾਰ ਦਾ ਆਉਣ ਵਾਲਾ ਪਲਾਨ ਕੀ ਹੋਵੇਗਾ? ਇਹਦੇ ਬਾਰੇ ਮੈਂ ਇਮੀਡੀਏਟਲੀ ਜਵਾਬ ਨਹੀਂ ਦੇ ਸਕਦਾ। ਮੈਂ ਤਾਂ ਇੰਨਾ ਹੀ ਕਹਿ ਸਕਦਾ ਹਾਂ ਵੀ ਸਾਡੀ ਜਿਹੜੀ ਮਨਸ਼ਾ ਆ, ਭਗਵੰਤ ਮਾਨ ਸਾਹਿਬ ਦੀ ਮਨਸ਼ਾ ਆ, ਪੰਜਾਬ ਸਰਕਾਰ ਦੀ ਮਨਸ਼ਾ ਆ, ਸਾਡੀ ਓਨੈਸਟ ਐਫਰਟ ਇਹੀ ਹੈ ਕਿ ਸਰਬ ਸਾਂਝੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਫ੍ਰੀ ਟੂ ਏਅਰ ਸਾਰਿਆਂ ਤੱਕ ਪਹੁੰਚੇ। ਹਾਂਜੀ, ਥੈਂਕ ਯੂ। ਤੇ ਬਿਲਕੁਲ ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਮੌਜੂਦ ਸਨ, ਉਹਨਾਂ ਵੱਲੋਂ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸਰਕਾਰ ਹੁਣ ਕੀ ਰੁਖ ਅਖਤਿਆਰ ਕਰਦੀ ਹੈ, ਕੀ ਰੁਖ ਅਪਣਾਇਆ ਜਾਂਦਾ, ਇਸ ਉੱਤੇ ਚਰਚਾ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ। ਆਖਿਰ ਕੀ ਸਾਹਮਣੇ ਆਉਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੋਂ ਬਾਅਦ ਕੀ ਐਕਸ਼ਨ ਕਰਦੀ ਹੈ, ਜਾਂ ਫਿਰ ਰਾਜਪਾਲ ਵੱਲੋਂ ਦਸਖਤ ਕੀਤੇ ਜਾਂਦੇ ਨੇ
ਕਦੋਂ ਕੀਤੇ ਜਾਂਦੇ ਨੇ, ਇਹ ਸਾਰੇ ਗੱਲਾਂ ਜਿਹੜੀਆਂ ਨੇ ਇਹ ਚਰਚਾ ਦਾ ਵਿਸ਼ਾ ਨੇ ਔਰ ਇਹ ਜਿਹੜਾ ਜਵਾਬ ਹੈ ਇਹਨਾਂ ਦਾ ਉਹ ਸਮਾਂ ਹੀ ਦੇਵੇਗਾ। ਜੋ ਵੀ ਹੋਏਗਾ ਅਗਾਂਹ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.